30 कट्टे लिआंदे हन पहले फ्लाक च। अच्छा ते 25 ਦਾ ਹੀ ਕੋਈ 24 ਦਾ ਹੀ ਹਾਂ 6 ਮਹੀਨੇ ਰੱਖੇ ਸਨ। अच्छा 6 ਮਹੀਨਿਆਂ ਦੇ ਵਿੱਚ ਕੋਈ 50 ਦਾ ਵਿਕਿਆ ਸੀ, ਕੋਈ 45 ਦਾ ਵਿਕੇ, ਇਸੇ ਤਰ੍ਹਾਂ ਹੀ 50 ਦੇ ਅੱਗੇ ਪਿੱਛੇ ਵਿਕੇ ਹਨ। ਮਤਲਬ ਅੱਧੀ ਪ੍ਰੋਫਿਟ ਜਿਹੜੀ ਹੈ ਨਾ ਆ ਗਈ ਸੀ। ਜਦੋਂ ਇਹ ਵੇਚਣੇ ਹੁੰਦੇ ਨਾ ਐਂਡ ਤੇ ਜਾ ਕੇ ਕੋਈ ਮਹੀਨਾ, ਉਦੋਂ ਇੱਕ ਵੰਡਾ ਮਿਲਦਾ ਹੈ, ਬਾਜ਼ਾਰੋਂ ਮਿਲ ਜਾਂਦਾ ਜੀ, ਆਸਟ੍ਰੇਲੀਅਨ ਵੰਡਾ ਉਹਨੂੰ ਆਂਦੇ ਨੇ। ਉਹਦੇ ਨਾਲ ਗੋਸ਼ਤ ਵੱਧਦਾ, ਉਹ ਇੱਕ 2 ਮਹੀਨੇ ਇਸਤੇਮਾਲ ਇਹਨੂੰ ਕਰਨੇ, ਉਹਦੇ ਨਾਲ ਫਿਰ ਚੰਗੀ ਗਰੋਥ ਹੋਈ ਜਾਂਦੀ। ਚੰਗੀ ਗਰੋਥ ਹੋਈ। ਸਬਜ਼ ਚਾਰੇ ਨਾਲ ਨਹੀਂ ਜ਼ਿਆਦਾ ਵੱਧਦੇ। ਕੀ ਵਜ੍ਹਾ ਦੇ? ਆ ਜਿਹੜੇ ਜਾ ਹੁੰਦੇ ਨਾ ਛੋਟੇ, ਆ ਸਬਜ਼ ਚਾਰੇ ਨਾਲ ਨਹੀਂ ਵੱਧਦੇ, ਆ ਸੁੱਕੇ ਚਾਰੇ ਨਾਲ ਵੱਧਦੇ ਨੇ, ਨਾਲ ਵੰਡਾ ਛੰਡਾ ਪੈ ਉਹਦੇ ਨਾਲ ਜ਼ਿਆਦਾ ਫਰਕ ਕਰਦੇ। ਪ੍ਰੋਫਿਟ ਹੈ ਵੇ, ਅੱਗੋਂ ਬੰਦਿਆਂ ਦਾ ਰੇਂਜ ਹੋਏ ਤੇ ਆਪਣੀ ਰਕਬਾ ਜ਼ਰੂਰੀ ਹੈ ਆਪਣਾ ਹੋਣਾ। ਵਜ੍ਹਾ ਸਾਰ ਨਾਲ ਵੱਡੀ ਆਏ ਕਿ ਰਕਬਾ ਨਾ ਹੋਏ ਤੇ ਪੱਠੇ ਮੁੱਲ ਲੈ ਕੇ ਪਾਵੀਏ, ਵੰਡੇ ਵੀ ਮੁੱਲ ਲੈ ਕੇ ਪਾਵੀਏ, ਫਿਰ ਪ੍ਰੋਫਿਟ ਘੱਟ ਆਉਂਦੀ ਹੈ। अस्सलाम वालेकुम। वालेकुम सलाम। प्यारे भाई की हाल ने? ठीक ठाक। अच्छा प्यारे भाई की नाम है तेरा? मोहम्मद अफजल। मोहम्मद अफजल साहब माशाल्लाह किन्ने अरसे तुम कट्टे पालन का कारोबार करते हो पे? आ दूजी शिफ्ट आ पाई माशाल्लाह। पहले व्लॉग च की हिसाब किताब रहा, कोई बचत आई है कि ठीक रहा काम? असा 30 कट्टे लिआंदे हन पहले फ्लाक च। अच्छा ते 25 ਦਾ ਹੀ ਕੋਈ 24 ਦਾ ਹੀ ਹਾਂ 6 ਮਹੀਨੇ ਰੱਖੇ ਸਨ। अच्छा 6 ਮਹੀਨਿਆਂ ਦੇ ਵਿੱਚ ਕੋਈ 50 ਦਾ ਵਿਕਿਆ ਸੀ, ਕੋਈ 45 ਦਾ ਵਿਕੇ, ਇਸੇ ਤਰ੍ਹਾਂ ਹੀ 50 ਦੇ ਅੱਗੇ ਪਿੱਛੇ ਵਿਕੇ ਹਨ। ਮਤਲਬ ਅੱਧੀ ਪ੍ਰੋਫਿਟ ਜਿਹੜੀ ਹੈ ਨਾ ਆ ਗਈ ਸੀ। कुछ लोग ਜਿਹੜੇ ਨੇ 3 ਮਹੀਨੇ ਰੱਖ ਕੇ ਕੱਟੇ ਸੇਲ ਕਰਦੇ ਨੇ, ਤੁਹਾਂ 6 ਮਹੀਨੇ ਰੱਖ ਕੇ ਕਿਉਂ ਸੇਲ ਕੀਤਾ ਇਹਨਾਂ ਨੂੰ? 6 ਮਹੀਨੇ ਇਸ ਲਈ ਰੱਖ ਕੇ ਕੀਤਾ ਸੀ ਕਿ ਵਿੱਚ ਸਾਡਾ ਦਿਲ ਕੀਤਾ ਸੀ ਇੱਕ ਵਾਰ ਵੇਚਣ ਤੇ, ਉਹ ਨਹੀਂ ਉਹਨਾਂ ਨਾ ਬਚਤ ਨਹੀਂ ਆਉਂਦੀ। ਅੱਛਾ ਤੇ ਉਹ ਫਿਰ 3 ਮਹੀਨੇ ਸਾਂਭੇ ਹਨ ਤੇ ਉਹਨੇ ਜ਼ਿਆਦਾ ਮਤਲਬ ਪ੍ਰੋਫਿਟ ਆ ਗਈ ਸੀ। ਅੱਛਾ ਮਾਸ਼ਾਅੱਲਾ। ਇਹਨਾਂ 6 ਮਹੀਨਿਆਂ ਵਿੱਚ ਤੁਹਾਂ ਇਹਨਾਂ ਨੂੰ ਕੀ ਕੀ ਇਸਤੇਮਾਲ ਕਰਵਾਉਂਦੇ ਰਹੇ ਹੋ? ਇਸਤੇਮਾਲ ਅਸੀਂ ਸੈਲਸ ਪਾਉਂਦੇ ਆ ਤੇ ਨਾਲ ਚੋਖਰ ਪਾਉਂਦੇ ਆ। ਅੱਛਾ ਤੇ ਪੱਠੇ ਛੱਠੇ ਵੀ ਵਿੱਚ ਪਹਾੜੀ ਦੇ ਨੇ, ਜ਼ਿਆਦਾ ਉਂਝ ਸੈਲਸ ਪਾਈਦਾ। ਅੱਛਾ ਤੁਸੀਂ ਯਾਨੀ ਕਿ ਜ਼ਿਆਦਾ ਸਾਈਲੇਜ ਇਸਤੇਮਾਲ ਕਰਦੇ ਹੋ? ਕੱਟਿਆਂ ਨੂੰ ਸੈਲਸ ਜ਼ਿਆਦਾ। ਤੇ ਸਾਈਲੇਜ ਤੁਹਾਡਾ ਆਪਣਾ ਘਰ ਦਾ ਜਾਂ ਕਿ ਮੁੱਲ ਲੈਂਦੇ ਸੋ? ਮੁੱਲ ਲੈਂਦੇ ਆ। ਤੇ ਸਾਈਲੇਜ ਕਿਸ ਤਰ੍ਹਾਂ ਤੁਹਾਨੂੰ ਮਿਲਿਆ, ਕਿੰਨੇ ਰੁਪਏ ਕਿਲੋ? 540 ਦੀ ਗੱਠ ਮਿਲਦੀ ਹੈ। ਅੱਛਾ ਉਹੀ 3 ਗੱਠਾਂ ਇਸ ਟਾਈਮ ਇਹਨਾਂ ਨੂੰ ਨਾ ਪਾ ਰਹੇ ਆ। ਇਹ ਰੋਜ਼ਾਨਾ 540 ਦੀ ਗੱਠ ਹੈ? ਹਾਂਜੀ। ਤੇ ਉਹ ਜਿਹੜੀ 540 ਦੀ ਗੱਠ ਹੈ ਉਹ ਕਿੰਨੇ ਮਣ ਦੀ ਹੈ ਜਾਂ ਕਿੰਨੇ ਕਿਲੋ ਦੀ ਹੈ? ਉਹ 50 ਕਿਲੋ ਹੁੰਦਾ ਉਹਦੇ ਚ। 50 ਕਿਲੋ ਯਾਨੀ ਤਕਰੀਬਨ 10-11 ਰੁਪਏ ਕਿਲੋ ਤੁਹਾਨੂੰ ਸਾਈਲੇਜ ਪੈਂਦਾ ਹੈ। ਤੇ ਰੋਜ਼ਾਨਾ ਦਾ 30 ਕਟਿਆਂ ਨੂੰ 3 ਤੁਸੀਂ ਗੱਠਾਂ ਸਾਈਲੇਜ ਪਾਉਂਦੇ ਹੋ ਜੀ। ਤੇ ਇਸ ਤੋਂ ਇਲਾਵਾ ਹੋਰ ਕੀ ਕੀ ਖਿਲਾਉਂਦੇ ਹੋ? ਸਵੇਰ ਹੀ ਤੂੜੀ ਪਾ ਕੇ ਉੱਤੇ ਚੋਖਰ ਪਾਹਣੇ ਆ। ਅੱਛਾ ਹਾਂਜੀ। ਤੇ ਵੰਡਾ ਨਹੀਂ ਇਸਤੇਮਾਲ ਕਰਾਂਦੇ? ਨਹੀਂ ਵੰਡਾ ਨਹੀਂ ਪਾਉਂਦੇ ਕੋਈ, ਸੈਲਸ ਵੰਡਾ ਹੀ ਉਹ ਠੀਕ ਹੈ। ਅੱਛਾ ਯਾਨੀ ਕਿ 6 ਮਹੀਨੇ ਤੁਸੀਂ ਇਹਨਾਂ ਦੀ ਰੂਟੀਨ ਸੇਮ ਹੀ ਰੱਖਦੇ ਹੋ? ਹਾਂ ਸੇਮ ਹੀ, ਚੋਖਰ ਤੇ ਸੈਲਸ। ਸੈਲਸ ਵੰਡਾ ਨਮਾਈਏ ਨਾ, ਉਹਦੇ ਚ ਵੰਡਾ ਹੀ ਹੁੰਦਾ, ਉਹਦੇ ਨਾਲ ਜ਼ਰਾ ਇਹਨਾਂ ਦਾ ਨਾ ਫੁੱਲਦੇ ਚੰਗਾ ਨੇ। ਅੱਛਾ ਯਾਨੀ ਕਿ ਇਹਨਾਂ ਦੀ ਗਰੋਥ ਅੱਛੀ ਹੁੰਦੀ ਹੈ, ਗੋਸ਼ਤ ਵੱਧਦਾ ਇਹਨਾਂ। ਤੇ ਇਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਚੰਗੀ ਤਿਆਰੀ ਹੈ ਜੀ, ਉਹਦੇ ਵਾਸਤੇ ਤੁਸੀਂ ਹੋਰ ਵੀ ਕੋਈ ਚੀਜ਼ ਖਿਲਾਉਂਦੇ ਹੋ ਜਾਂ ਕਿ ਸਿਰਫ ਇਹ ਚੀਜ਼ਾਂ ਹੀ ਕਾਫੀ ਨੇ? ਜਦੋਂ ਵੇਚਣੇ ਹੁੰਦੇ ਨਾ ਐਂਡ ਤੇ ਜਾ ਕੇ ਕੋਈ ਮਹੀਨਾ, ਉਦੋਂ ਇੱਕ ਵੰਡਾ ਮਿਲਦਾ ਹੈ, ਬਾਜ਼ਾਰੋਂ ਮਿਲ ਜਾਂਦਾ ਜੀ, ਆਸਟ੍ਰੇਲੀਅਨ ਵੰਡਾ ਉਹਨੂੰ ਆਂਦੇ ਨੇ। ਉਹਦੇ ਨਾਲ ਗੋਸ਼ਤ ਵੱਧਦਾ, ਉਹ ਇੱਕ 2 ਮਹੀਨੇ ਇਸਤੇਮਾਲ ਇਹਨੂੰ ਕਰਨੇ, ਉਹਦੇ ਨਾਲ ਫਿਰ ਚੰਗੀ ਗਰੋਥ ਹੋਈ ਜਾਂਦੀ। ਉਹ ਵੰਡੇ ਦਾ ਕੋਈ ਨਾਮ ਹੁੰਦਾ? ਹਾਂਜੀ। ਇਹ ਕੀ ਨਾਮ ਹੈ ਉਹਦਾ? ਆਸਟ੍ਰੇਲੀਅਨ ਵੰਡਾ ਹੈ। ਅੱਛਾ ਸਰ, ਜਦੋਂ ਤੁਸੀਂ ਮਾਸ਼ਾਅੱਲਾ ਪਿਛਲੇ ਸਾਲ ਕਾਰੋਬਾਰ ਸ਼ੁਰੂ ਕੀਤਾ, ਕਿੰਨੇ ਕਟਿਆਂ ਸਟਾਰਟ ਕੀਤਾ ਹਜੇ? 30 ਇਕੱਠੇ ਲਿਆਂਦੇ ਹਨ। ਉਦੋਂ 30 ਲਿਆਂਦੇ ਹਨ? ਹੁਣ ਵੀ 30 ਨੇ? ਹਾਂਜੀ। ਅੱਛਾ ਕਿਹੜੀ ਸਾਈਡ ਤੋਂ ਖਰੀਦੇ ਹਜੇ? ਲਾਹੌਰੋਂ ਮੰਡੀੋਂ ਲਿਆਂਦੇ ਆ ਸਾਰੇ। ਹਾਂਜੀ। ਇੱਕੋ ਦਿਨ ਹੀ ਖਰੀਦੇ ਸਜੇ? ਹਾਂ ਇੱਕ ਦਿਨ ਹੀ ਖਰੀਦ ਲਿਆ ਮਾਸ਼ਾਅੱਲਾ। ਤੁਸੀਂ ਕਿਹੜੀ ਨਸਲ ਦਾ ਜਿਹੜਾ ਜਾਨਵਰ ਹੈ ਉਹਨੂੰ ਤਰਜੀਹ ਦਿੰਦੇ ਹੋ? ਕਿਹੜੀ ਨਸਲ ਦੇ ਜਾਨਵਰ ਦੀ? ਇਹਦੇ ਚ ਨਸਲਾਂ ਨਹੀਂ ਵੇਖੀਆਂ ਕਦੇ ਕੋਈ ਵੀ, ਨਾ ਸਾ ਰੱਖਣੇ ਹੁੰਦੇ ਨੇ ਇਹਦੇ ਚ। ਐਸੇ ਤਰ੍ਹਾਂ ਜਿਹੜਾ ਵੇਖੇ ਹੱਡ ਪੈਰ ਚੰਗੇ ਹੋਣ ਉਹ ਲੈ ਲਈਦਾ। ਅੱਛਾ ਹੱਡ ਪੈਰ ਕਿਸ ਕਿਸਮ ਦੇ ਹੋਣ? ਖੁੱਲੇ ਹੋਣ, ਵਧਣ ਵਾਲਾ ਹੋਵੇ। ਅੱਛਾ ਜਿਹਦੇ ਹੱਡ ਪੈਰ ਖੁੱਲੇ ਹੋਣ ਉਹਦੀ ਗਰੋਥ ਅੱਛੀ ਹੁੰਦੀ ਹੈ? ਬਿਲਕੁਲ ਵਧਣ ਵਾਲਾ, ਉਹ ਵੇਖ ਲਈਦਾ ਕਿ ਕਿਹੜਾ ਵਧਣ ਵਾਲਾ ਜਾਂ ਕਿਹੜਾ। ਤੇ ਕਿੰਨੇ ਵਜ਼ਨ ਜਾਂ ਕਿੰਨੀ ਉਮਰ ਵਾਲਾ ਤੁਸੀਂ ਕੱਟਾ ਲੈਂਦੇ ਹੋ? ਤੁਹਾਡੇ ਸਾਹਮਣੇ ਹੀ ਨੇ। ਹਾਂ ਕੋਈ 24 ਦਾ, ਕੋਈ 25,000 ਦਾ। ਅੱਛਾ ਇਹ ਤੇ ਕੀਮਤ ਇਹਨਾਂ ਨਹੀਂ ਹੈ, ਤੁਸੀਂ ਖਰੀਦੇ ਨੇ। ਤੇ ਇਹਨਾਂ ਦੀ ਵਜ਼ਨ ਜਾਂ ਉਮਰ ਕਿੰਨੀ ਕੇ? ਉਮਰ ਇਹਨਾਂ ਦੀ 2-2, 1.5, 2-2 ਮਣ ਹੈ ਨੇ। ਇਹਨਾਂ ਨੂੰ ਲਿਆਂਦਿਆਂ ਨੂੰ ਸਾਨੂੰ ਮਹੀਨਾ ਹੋ ਗਿਆ। ਅੱਛਾ ਤਕਰੀਬਨ 2 ਮਣ ਸਿੱਧਾ ਉਹਨਾਂ ਦਾ ਵਜ਼ਨ ਹੈ। 1.5 ਮਣ ਦਾ, ਕੋਈ 2 ਮਣ ਦਾ, ਕੋਈ ਮਣ ਦਾ। ਅੱਛਾ ਇਹ ਜਿਹੜਾ ਵਜ਼ਨ ਤੁਸੀਂ ਕਹਿੰਦੇ ਹੋ, ਇਹ ਜਿਹੜਾ ਜ਼ਿੰਦਾ ਵਜ਼ਨ ਇਹਨੂੰ ਕਹਿੰਦੇ ਹੋ ਜਾਂ ਗੋਸ਼ਤ ਨੂੰ ਕਹਿੰਦੇ ਹੋ? ਨਹੀਂ ਐਸੇ ਤਰ੍ਹਾਂ ਹਾਂ ਤਾਂ ਕਦੇ ਏਡਾ ਤਜਰਬਾ ਨਹੀਂ ਕੀਤਾ, ਇੰਜ ਵੇਖ ਕੇ ਅਸੀਂ ਤੇ ਹਿਸਾਬ ਲਾ ਲੈਨੇ, ਹੋਰ ਅਸੀਂ ਕਿਹੜੇ ਕਸਾਈ ਆ। ਅੱਛਾ ਯਾਨੀ ਕਿ ਹਾਂਜੀ ਅੰਦਾਜ਼ਾ ਹੈ ਤੁਹਾਨੂੰ, ਇੰਜ ਹਿਸਾਬ ਲਾ ਲੈਂਦੇ ਹੋ। ਠੀਕ ਹੈ। ਆਪਣੀ ਖਰੀਦਦਾਰੀ ਦੇ ਮੁਤਲਕ ਥੋੜਾ ਮਜ਼ੀਦ ਦੱਸੋ। ਜਦੋਂ ਤੁਸੀਂ ਜਾਨਵਰ ਲੈਂਦੇ ਹੋ ਉਹ ਮੰਡੀ ਵਿੱਚ ਕਿਹੜੀਆਂ ਗੱਲਾਂ ਦਾ ਖਿਆਲ ਰੱਖ ਕੇ ਤੁਸੀਂ ਜਾਨਵਰ ਖਰੀਦਦੇ ਹੋ? ਇਹਨਾਂ ਦਾ ਤਾਂ ਏਡਾ ਕੋਈ ਖਿਆਲ ਰੱਖੀਦਾ। ਤੇ ਮੱਝਾਂ ਜਦੋਂ ਖਰੀਦੀ ਦੀਆਂ ਉਦੋਂ ਵਾਹਵਾ ਗੱਲਾਂ ਦਾ ਗੌਰ ਕਰੀਦਾ
ਕਿ ਕਿਹੜਾ ਡੰਗਰ ਚੰਗਾ ਜਾਂ ਕਿਹੜਾ ਜਾ ਕੇ ਦੁੱਧ ਦੇਗਾ। ਉਹ ਜੂ ਵੀ ਵੇਖਣੀ ਪੈਂਦੀ ਹੈ ਤੇ ਉਹ ਵੇਖਣੇ ਇਹਨਾਂ ਦਾ ਏਡਾ ਕੋਈ ਨਹੀਂ ਮਾਮਲਾ ਹੁੰਦਾ। 6 ਮਹੀਨੇ ਰੱਖ ਕੇ ਅਗਾ ਦੇਣ ਹੁੰਦੇ ਨੇ ਗੋਸ਼ਤ ਤੇ ਕਰ ਲੈਂਦੇ ਨੇ। ਇਹਦੇ ਚ ਨਸਲ ਦੀ ਕੋਈ ਏਡੀ ਜ਼ਰੂਰਤ ਹੁੰਦੀ। अच्छा सर तुसां जारी गल 3 बच्चे लेंदे ने सॉरी कट्टे लेंदे ने माशाल्लाह एक कट्टा तुहानू पर हेड किन्ने दा पै गया सा जदों खरीदिया सा जी? 5000 दा पै गया। 5000 दा। किन्नी उम्र दा? उम्र ते इन्हां दी कोई नहीं कोई भी पता ते बाकी वजन दे हिसाब नाल रेट हुंदा है। उम्र नाल रेट कोई नहीं हुंदा। कोई ज्यादा वध जांदा है कोई घट जांदा है। इस तरह उम्र नाल रेट नहीं हुंदा वजन नाल रेट हुंदा है। अच्छा माशाल्लाह एक गल दसो कि इन्हां विच जेहड़ी बीमारियां ने ओह काफी ज्यादा ने। तुसीं किन्नी देर बाद डिवर्मिंग करांदे इन्हां नूं? इन्हां नूं अहीं 10-15 दिन डॉक्टर आण के अपने तरीकेकार नाल फासती टीके लांदा रहिंदा। महीने बाद आ जाए डॉक्टर हाँ पक्का साडा ਉਹਦੇ ਨਾਲ ਗੱਲ ਏ। गौरमेंट ही डॉक्टर ते साडे तक पहुंचदे ही घट है। असां अपना डॉक्टर पमंद कीता है। ਉਹ ਮਾਲ ਦੇ ਵਿੱਚ ਆਉਂਦਾ ਫੇਰਾ ਸ਼ੇਰਾ ਮਾਰ ਕੇ ਜਿਹੜੀ ਸ਼ਾਇਦ ਦੀ ਜ਼ਰੂਰਤ ਹੋਵੇ ਟੀਕਾ ਸ਼ਿਕਾ ਉਹਨੂੰ ਵੀ ਉਹ ਕਰਕੇ ਜਾਂਦਾ। ਉਹਨੂੰ ਸਰ ਤੁਸੀਂ ਕੋਈ ਮਹੀਨੇ ਦੇ ਤੇ ਨਹੀਂ ਤੇ ਜੋ ਉਹਨੇ ਆਉਣਾ ਨਾ ਜੋ ਉਹਨੇ ਲਾਣਾ ਇਹਨਾਂ ਨੂੰ ਟੀਕਾ ਸ਼ਿਕਾ ਉਹਦੀ ਉਹਨੇ ਪੇਮੈਂਟ ਜਿੰਨੀ ਆਖਣੀ ਫਿਰ ਉਹਨੂੰ ਦੇ ਕੇ। ਅੱਛਾ 30 ਜਾਨਵਰਾਂ ਦਾ ਜਦੋਂ ਇੱਕ ਦਫਾ ਹੁੰਦਾ ਕਿੰਨੀ ਪੇਮੈਂਟ ਬਣ ਜਾਂਦੀ ਹੈ? ਉਹ ਟੀਕਿਆਂ ਦੇ ਹਿਸਾਬ ਨਾਲ ਕਦੇ ਉਹ 200 ਦਾ ਲਾ ਜਾਂਦਾ ਇਹਦਾ ਫੀ ਜਾਨਵਰ ਨੂੰ ਟੀਕਾ ਲੱਗਿਆ, ਕਦੇ 100 ਦਾ ਲਾ ਜਾਂਦਾ, ਕਦੇ ਆਂਦਾ 500 ਵਾਲਾ। ਸਾਨੂੰ ਇਸ ਤਰੀਕੇ ਨਾਲ ਜਿੰਨੇ ਪੈਸੇ ਆਂਦਾ ਅਸੀਂ ਦੇ ਛੱਡਨੇ। ਹੁਣ ਮਹੀਨੇ ਬਾਅਦ ਆਏ ਜਾਂ ਸਾਨੂੰ ਆਪੀ ਜ਼ਰੂਰਤ ਪੈ ਕੋਈ ਡੰਗਰ ਬਿਮਾਰ ਸ਼ਮਾਰ ਹੋ ਜਾਏ ਫਿਰ ਸੱਦਣਾ ਪੈ ਆ ਜਾਂਦਾ। ਅੱਛਾ ਸਰ ਇਹਨਾਂ ਦੀ ਗੱਲ ਕਰ ਲਏ ਬੰਦਾ ਵਧਣ ਦੀ ਗੱਲ ਕਰ ਲਏ ਤੁਹਾਡਾ ਕੀ ਖਿਆਲ ਹੈ ਸਬਜ਼ ਚਾਰੇ ਨਾਲ ਜ਼ਿਆਦਾ ਵੱਧਦੇ ਨੇ ਕਿ ਤੂੜੀ ਵੰਡੇ ਨਾਲ ਜ਼ਿਆਦਾ ਵੱਧਦੇ ਨੇ? ਸਬਜ਼ ਚਾਰੇ ਨਾਲ ਨਹੀਂ ਜ਼ਿਆਦਾ ਵੱਧਦੇ। ਕੀ ਵਜ੍ਹਾ ਦੇ? ਆ ਜਿਹੜੇ ਜਾ ਹੁੰਦੇ ਨਾ ਛੋਟੇ ਆ ਸਬਜ਼ ਚਾਰੇ ਨਾਲ ਨਹੀਂ ਵੱਧਦੇ। ਆ ਸੁੱਕੇ ਚਾਰੇ ਨਾਲ ਵੱਧਦੇ ਨੇ ਨਾਲ ਵੰਡਾ ਛੰਡਾ ਪੈ ਉਹਦੇ ਨਾਲ ਜ਼ਿਆਦਾ ਫਰਕ ਕਰਦਾ। ਸਬਜ਼ ਚਾਰੇ ਨਾਲ ਕਿਉਂ ਨਹੀਂ ਵੱਧਦੇ? ਸਬਜ਼ ਚਾਰੇ ਨਾਲ ਜਿਹੜਾ ਨਾ ਉਹਦੇ ਨਾਲ ਡੰਗਰ ਵੱਧਦਾ ਨਹੀਂ ਏਡਾ ਗੋਸ਼ਤ ਨਹੀਂ ਵੱਧਦਾ ਫੁੱਲਦਾ ਨਹੀਂ ਸਗੋਂ ਨਿਰਾ ਸਬਜ਼ ਚਾਰਾ ਪਾਵੀਏ ਉਹਦੇ ਨਾਲ ਘਟਦਾ ਵੱਧਦਾ ਨਹੀਂ। ਜੀ ਜੀ। ਤੇ ਕੁਝ ਜਾਨਵਰ ਹੁੰਦੇ ਨੇ ਉਹ ਵਜ਼ਨ ਨਹੀਂ ਵਧਾਉਂਦੇ ਉਹ ਉਹਨਾਂ ਨੂੰ ਸਬਜ਼ ਚਾਰਾ ਪਾਈਦਾ ਦੁੱਧ ਸ਼ੁੱਧ ਵਾਲਿਆਂ ਨੂੰ ਸਬਜ਼ ਚਾਰਾ ਪਾਈਦਾ ਉਹਦੇ ਨਾਲ ਦੁੱਧ ਦੀ ਮਿਕਦਾਰ ਵੱਧਦੀ ਏ ਸੁੱਕੇ ਨਾਲ ਦੁੱਧ ਦੀ ਮਿਕਦਾਰ ਘਟਦੀ ਏ। ਆ ਜਿਹੜੇ ਹੁੰਦੇ ਨੇ ਜੇ ਕੱਟੇ ਗੋਸ਼ਤ ਵਾਲਾ ਜਾਨਵਰ ਇਹਦੀ ਸੁੱਕੇ ਚਾਰੇ ਨਾਲ ਮਿਕਦਾਰ ਜਿਹੜੀ ਗੋਸ਼ਤ ਦੀ ਵੱਧਦੀ। ਅੱਛਾ ਸਰ ਹੁਣ ਤੁਹਾਨੂੰ ਲਿਆਂਦਾ ਕਿੰਨੀ ਦੇਰ ਹੋ ਗਈ ਜਾਨਵਰ? ਇਹਨਾਂ ਨੂੰ ਮਹੀਨਾ ਕੁ ਹੋ ਗਿਆ। ਮਹੀਨਾ ਕੁ ਹੋ ਗਿਆ? ਹਾਂਜੀ। ਤੁਹਾਡਾ ਕੀ ਹਾਲ ਹੈ ਅੰਦਾਜ਼ਨ ਮਹੀਨਾ ਕੁ ਹੋ ਗਿਆ ਕਿੰਨਾ ਖਰਚਾ ਇਹਨਾਂ ਤੱਕ ਹੁਣ ਤੱਕ ਆ ਗਿਆ? ਅੱਜ ਖਰਚਾ ਦਿਹਾੜੀ ਦਾ ਵਾ 1500 ਰੁਪਇਆ ਇਹਨਾਂ ਦਾ ਖਰਚਾ ਜੇ 30 ਕੱਟਿਆਂ ਦਾ 1600। ਹਾਂਜੀ ਸਹੀ ਹੋਗਾ ਜ਼ਬਰਦਸਤ। मतलब 50 रुपए कट्टे का खर्चा आ रहा है रोजाना? हाँ जी रोजाना का आ रहा है। सही होगा। अच्छा अगर 6 महीने बाद अगर सेल कर दे 1500 भी अगर रोजाना का खर्चा कर देना सारे खर्चे कट के ना? हाँ जी टोटल खर्चे इन्हां दे खर्चा ही लैदा करने मज्जां नालों टोटल खर्चा कट के ना अद्धे को पैसे बच जाते हैं अद्धे तकरीबन। जबरदस्त। अच्छा बच्चे अपनी सांभ की गल है जे सांभीए ते निरे पूरे रख के सांभीए ना फिर आ पल्लियों पैंदे ने ਤੇ ਜੇ ਇਹਨਾਂ ਨੂੰ ਚੱਜ ਨਾਲ ਸਾਂਭੀਏ ਤੇ ਰੁਪਈਏ ਕਾਫੀ ਬਣਾਉਂਦੇ ਨੇ। ਅੱਜ ਕੱਲ ਇਸ ਮਾਲ ਦਾ ਬਹੁਤ ਰੇਟ ਹੈ ਗੋਸ਼ਤ ਦਾ। ਅੱਛਾ ਸਰ ਤੁਸੀਂ ਗੱਲ ਕੀਤੀ ਗੋਸ਼ਤ ਦੀ ਇਹਨਾਂ ਨੂੰ ਪਹਿਲਾਂ ਤੁਸੀਂ ਫਲਾਕ ਕਿਤੇ ਸੇਲ ਕੀਤਾ ਸੀ ਕਿਤੇ ਸਲਾਟਰ ਹਾਊਸ ਸੇਲ ਕੀਤਾ ਸੀ ਜਾਂ ਤੁਹਾਡੇ ਕੋਲ ਕਸਾਈ ਖੁਦ ਅਗਲਾ? ਕਸਾਈਆਂ ਖੜੇ ਨਾ ਸਲਾਟਰ ਹਾਊਸ ਨਹੀਂ ਗਏ। ਤੁਹਾਡਾ ਕਸਾਈ ਜ਼ਿਆਦਾ ਪੈਸੇ ਭਰਦੇ ਨੇ? ਕਸਾਈ ਜ਼ਿਆਦਾ ਨਹੀਂ ਹੈ। ਹੁਣ ਸਾਨੂੰ ਪਤਾ ਲੱਗਾ ਸਾਡਾ ਜ਼ੇਨ ਹੈ ਕਿ ਅਸੀਂ ਲਾਹੌਰ ਇਹਨਾਂ ਨੂੰ ਗੋਸ਼ਤ ਮੰਡੀ ਜਾ ਕੇ ਦੇ ਕੇ ਆਈਏ ਉੱਥੇ ਕਸਾਈਆਂ ਨਾਲੋਂ ਰੇਟ ਬਿਹਤਰ ਹੈ। ਸਹੀ ਹੋ ਗਿਆ ਜੀ। ਤੇ ਕਸਾਈ ਜਦੋਂ ਤੁਹਾਡੇ ਕੋਲ ਜਾਨਵਰ ਖਰੀਦਦੇ ਨੇ ਉਦੋਂ ਕੀ ਸਿਸਟਮ ਹੁੰਦਾ ਹੈ? ਉਹ ਵਜ਼ਨ ਕਰਦੇ ਹੋ ਜਾਂ ਇੰਜੀ ਅੰਦਾਜ਼ਨ ਹੀ? ਅੰਦਾਜ਼ਨ ਸੌਦਾ ਕਰਕੇ ਖੜਨਾ। ਸਾਨੂੰ ਵੀ ਪਤਾ ਸਾਡਾ ਕਿੰਨੇ ਦਾ ਉਹਨਾਂ ਲੈਣ ਵਾਲਿਆਂ ਨੂੰ ਵੀ ਪਤਾ ਹੁੰਦਾ ਉਹਨਾਂ ਦਾ ਰੋਜ਼ ਦਾ ਕੰਮ ਹੈ ਕਿੰਨਾ ਕੋਈ ਦੇ ਗੋਸ਼ਤ ਉਸ ਹਿਸਾਬ ਨਾਲ ਜਿੱਥੇ ਕੋਈ ਸੌਦਾ ਬਣ ਜਾਂਦੇ ਛੜੀ ਤੇ 30 ਜਾਨਵਰਾਂ ਨੂੰ ਕਿੰਨੇ ਬੰਦੇ ਸੰਭਾਲਦੇ ਨੇ? ਬੰਦੇ 2 ਸਾਡੇ ਕੋਲ ਪੱਠੇ ਪਾਉਣ ਵਾਲੇ ਨੇ ਕਾੜੇ ਦੇ ਨੇ 2 ਭਾਈ ਨੇ 4 ਬੰਦੇ ਨੇ ਇਸ ਟਾਈਮ। 30 ਜਾਨਵਰ ਕੱਟੇ ਨਹੀਂ ਨਾਲ ਮੱਝਾਂ ਵੀ ਨੇ ਸਾਰਾ 60 ਜਾਨਵਰ ਨੇ ਮਾਸ਼ਾਅੱਲਾ। ਹਾਂਜੀ। ਅੱਛਾ ਸਰ ਤੁਸੀਂ 2 ਕਾਰੋਬਾਰ ਕਰਦੇ ਮੱਝਾਂ ਵਾਲਾ ਵੀ ਤੇ ਕੱਟਿਆਂ ਵਾਲਾ ਵੀ ਤੁਸੀਂ ਬਿਹਤਰ ਕਿਹੜੇ ਕਾਰੋਬਾਰ ਨੂੰ ਪਾਇਆ ਇਹਨਾਂ ਦੋਵਾਂ ਚੋਂ? ਇਹ ਆਪਣੇ ਥਾਂ ਠੀਕ ਹੈ ਉਹ ਆਪਣੇ ਥਾਂ ਠੀਕ ਹੈ। ਪ੍ਰੋਫਿਟ ਜ਼ਿਆਦਾ ਕਿਹਦੇ ਚ? ਪ੍ਰੋਫਿਟ ਜ਼ਿਆਦਾ ਮੱਝਾਂ ਵਾਲੇ ਚ ਹੀ ਹੈ ਕਿਉਂ ਰੋਜ਼ ਦੇ ਪੈਸੇ ਆਉਂਦੇ ਨੇ ਇਹਨਾਂ ਨੂੰ 6 ਮਹੀਨਿਆਂ ਬਾਅਦ ਪੈਸੇ ਆਉਣੇ ਨੇ 5 ਮਹੀਨਿਆਂ ਬਾਅਦ ਆਉਣੇ ਨੇ ਲਾ ਛੱਡਣੇ ਨੇ। ਉਹ ਜ਼ਰੂਰਤ ਘਰਾਂ ਚ ਹੁੰਦੀ ਹੈ ਉਹ ਦੁੱਧ ਦੇ ਕੇ ਤੇ ਆਪਣਾ ਨਿਜ਼ਾਮ ਸੋਹਣਾ ਚੱਲਦਾ ਪਿਆ। ਅੱਛਾ ਦੋਵੇਂ ਕੰਮ ਹੋਣੇ ਜ਼ਰੂਰੀ ਨੇ। ਇੱਕ ਕੰਮ ਨਾਲ ਪ੍ਰੋਫਿਟ ਆ 6 ਮਹੀਨਿਆਂ ਬਾਅਦ ਜੇ ਜ਼ਰੂਰਤ ਪਹਿਲਾਂ ਪੈਸਿਆਂ ਦੀ ਪਵੇ ਤਾਂ ਫਿਰ ਉਹ ਦੁੱਧ ਤੋਂ। ਅੱਛਾ ਸਰ ਇਹਨਾਂ ਨੂੰ ਨਿਲ ਜ਼ੈਨ ਜਿਹੜੀ ਕੀੜਿਆਂ ਦੀ ਦਵਾਈ ਕਿੰਨੀ ਦੇਰ ਬਾਅਦ ਦੇਣੀ ਚਾਹੀਦੀ ਹੈ? ਨਿਲ ਜ਼ੈਨ ਜਿਹੜੀ ਉਹ ਭੈੜੀ ਹੈ ਨਿਲ ਵਰਮ ਹੈ ਉਹ ਹੀ ਦਿੰਨੇ ਆ ਤੇ ਉਹ 2 ਮਹੀਨੇ ਬਾਅਦ ਦੇਣੀ ਚਾਹੀਦੀ ਹੈ। ਕਿੰਨੀ ਕੋ? ਉਹ ਡਾਕਟਰ ਦੇ ਮਤਲਬ ਹਦਾਇਤ ਦੇ ਮੁਤਾਬਕ ਜਿੰਨੀ ਉਹ ਆਖੇ ਜਾ ਦੇ ਮੁਤਾਬਕ ਉਨੀ ਕੋ ਦੇਣੀ ਚਾਹੀਦੀ ਹੈ। ਇਹ ਜੋ ਹੋ ਗਿਆ ਨਾ ਤੁਸੀਂ ਜ਼ਿਆਦਾ ਉਹ ਦਿੱਤੀ ਨੁਕਸਾਨ ਦਿੰਦੀ ਹੈ ਜਾਨਵਰ ਨੂੰ ਤੇ ਇਹ ਡਾਕਟਰ ਹਿਸਾਬ ਨਾਲ ਉਹ ਦੇਣੀ ਵੀ ਨਹੀਂ ਚਾਹੀਦੀ। ਅੱਛਾ
ਤੇ ਇਸ ਤੋਂ ਇਲਾਵਾ ਤੁਸੀਂ ਇਹਨਾਂ ਨੂੰ ਕੋਈ ਮਿਰਚ ਮਸਾਲਾ ਵੀ ਦਿੰਦੇ ਰਹਿੰਦੇ ਆ, ਮਿਰਚਾਂ ਸ਼ਰਚਾਂ ਦਿੰਦੇ ਰਹਿੰਦੇ ਆ। ਅੱਛਾ, ਸ਼ੂਨ ਮਿਰਚ ਮੁਰਚ ਮਸਾਲਾ ਦਿੰਦੇ ਰਹਿੰਦੇ ਆ। ਮਿਰਚਾਂ ਕਿਹੜੀਆਂ ਦਿੰਦੇ ਹੋ? ਮਿਰਚਾਂ ਦਾਦੜ ਨੇ ਲੱਭਦੀਆਂ, ਸੁਰਖ ਅੱਛਾ, ਉਹ ਦੇਈਆਂ ਨੇ। ਤੇ ਨਮਕ? ਨਮਕ ਸਫੇਦ ਜਿਹੜਾ। ਅੱਛਾ, ਕਿੰਨੇ ਕੁ ਦਿਨ ਬਾਅਦ ਇਹਨਾਂ ਨੂੰ ਮਿਰਚਾਂ ਤੇ ਨਮਕ ਤੁਸੀਂ ਦਿੰਦੇ ਹੋ? 10-15 ਦਿਨ ਹੀ ਇਹਨਾਂ ਨੂੰ ਮਿਰਚ ਨਮਕ ਦਿੰਦੇ ਰਹਿੰਦੇ ਆ, ਕਿਉਂਕਿ ਪੱਠੇ ਖਾਂਦੇ ਰਹਿਣ, ਪੱਠੇ ਨਾ ਛੱਡ ਜਾਣ। ਅੱਛਾ, ਇਸ ਤੋਂ ਇਲਾਵਾ ਨਾਲ ਪੱਠੇ ਜ਼ਰਾ ਖਾਂਦੇ ਖੁੰਦੇ ਰਹਿੰਦੇ ਨੇ। ਅੱਛਾ ਸਰ, ਮਾਸ਼ਾਅੱਲਾ ਤੁਹਾਨੂੰ ਬੜੀ ਕੀਮਤੀ ਗੱਲਾਂ ਦੱਸੀਆਂ ਨੇ, ਤੇ ਸਾਡੇ ਜਿਹੜੇ ਵੀਵਰਸ ਵੀਡੀਓ ਵੇਖਦੇ ਨੇ, ਠੀਕ ਹੈ ਨਾ, ਤੇ ਉਹਨਾਂ ਨੂੰ ਕੋਈ ਐਸੀ ਗੱਲ ਦੱਸ ਦਵੋ ਕਿ ਉਹਨਾਂ ਨੂੰ ਕੱਟੇ ਕਿਤੋਂ ਖਰੀਦਣੇ ਚਾਹੀਦੇ ਨੇ, ਇਹ ਕਾਰੋਬਾਰ ਕਰਨਾ ਚਾਹੀਦਾ ਕਿ ਨਹੀਂ, ਮੁਨਾਫਾ ਬਖਸ਼ ਹੈ ਕਿ ਨਹੀਂ? ਕੱਟੇ ਅਸੀਂ ਤੇ ਲਾਹੌਰੋਂ ਖਰੀਦਨੇ ਮੰਡੀ ਚੋਂ, ਮੰਡੀ ਚ ਆਉਂਦੇ ਨੇ। ਬਾਕੀ ਆਪਣਾ ਜਿੱਧਰ ਜਿੱਧਰ ਕਿਸੇ ਦਾ ਇਲਾਕਾ ਹੈ ਉਧਰੋਂ ਖਰੀਦ ਸਕਦਾ। ਇਹਨਾਂ ਦੀ ਕੋਈ ਜੂਹ ਦਾ ਕੋਈ ਜ਼ਰੂਰੀ ਨਹੀਂ ਹੈ ਕਿ ਫਲਾਣੀ ਜੂਹ ਦਾ ਜਾਂ ਮਤਲਬ ਕੋਈ ਨਹੀਂ, ਕੋਈ ਵੀ ਇਹਨਾਂ ਦਾ ਮਾਮਲਾ। ਅਸੀਂ ਉਂਝ ਮੰਡੀੋਂ ਖਰੀਦਨੇ। ਮੁਨਾਫੇ ਦੀ ਗੱਲ ਕਰ ਲੈ ਬੰਦਾ, ਮੁਨਾਫਾ ਹੈ ਇਸ ਕਾਰੋਬਾਰ 'ਚ? ਮੁਨਾਫਾ ਹੈ ਵੇ ਤੇ ਤਾਂ ਅਸਾਂ ਦੂਜੀ ਯਾਰ ਪਾਏ ਨੇ। ਜੇ ਮੁਨਾਫਾ ਨਾ ਹੁੰਦਾ ਦੂਜੀ ਯਾਰ ਅਸਾਂ ਕੱਟੇ ਨੇ। ਅਗਰ ਕੋਈ ਬੰਦਾ 30 ਕੱਟਿਆਂ ਵਾਸਤੇ ਕਾਰੋਬਾਰ ਕਰਨਾ ਚਾਹੁੰਦਾ, ਉਹਨੂੰ ਕਿੰਨੀ ਜਗ੍ਹਾ ਜਿਹੜੀ ਚਾਹੀਦੀ ਹੈ? ਜਗ੍ਹਾ ਤਕਰੀਬਨ ਕੱਟਿਆਂ ਲਈ ਹੀ ਛੱਡੀ ਜੇ, ਉਹ ਖੁਰਲੀ ਹੈ, ਹੋਣੀ ਕੋਈ 10 ਮਰਲੇ ਥਾਂ। 10 ਮਰਲੇ 30 ਕੱਟੇ ਰਹਿ ਸਕਦੇ ਨੇ ਇਜ਼ੀ ਮੌਲ 'ਚ। ਖੁੱਲਾ ਥਾਂ ਵੇਖਿਆ ਜੇ ਪਏ ਹੈ ਸਾਰਾ, ਮਾਸ਼ਾਅੱਲਾ। ਅਸੀਂ ਮਤਲਬ ਅੱਛਾ ਸਰ, ਕੋਈ ਐਸੀ ਗੱਲ ਜਿਹੜੀ ਇਸ ਕਾਰੋਬਾਰ ਦੇ ਮੁਤਲਕ ਰਹਿ ਗਈ ਹੋਏ ਤੇ ਸਾਡੇ ਵੀਵਰ ਦਾ ਸਦਕਾ ਜਾਰੀਆ ਬਣ ਜੇ, ਉਹ ਇਸ ਵੀਡੀਓ ਸਾਨੂੰ ਦੱਸ ਦਿਓ। ਕੋਈ ਐਸੀ ਗੱਲ ਨਹੀਂ ਨਾ, ਜੇ ਪ੍ਰੋਫਿਟ ਹੈ ਵੇ, ਅੱਗੋਂ ਬੰਦਿਆਂ ਦਾ ਰੇਂਜ ਹੋਏ ਤੇ ਆਪਣੀ ਰਕਬਾ ਜ਼ਰੂਰੀ ਹੈ ਆਪਣਾ ਹੋਣਾ। ਵਜ੍ਹਾ ਸਾਰਨਾ ਵੱਡੀ ਆਏ ਕਿ ਰਕਬਾ ਨਾ ਹੋਏ ਤੇ ਪੱਠੇ ਮੁੱਲ ਲੈ ਕੇ ਪਾਵੀਏ, ਵੰਡੇ ਵੀ ਮੁੱਲ ਲੈ ਕੇ ਪਾਵੀਏ, ਫਿਰ ਪ੍ਰੋਫਿਟ ਘੱਟ ਆਉਂਦੀ। ਜੀ ਸਰ, ਬਹੁਤ ਸ਼ੁਕਰੀਆ ਜਨਾਬ, ਤੁਸੀਂ ਕੀਮਤੀ ਵਕਤ ਦਿੱਤਾ, ਬੜੀ ਅੱਛੀਆਂ ਗੱਲਾਂ ਦੱਸੀਆਂ ਨੇ। ਅੱਲਾ ਹਾਫਿਜ਼।